ਜੀ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਸਾਧ ਮਿਹਰਬਾਨ तू काहे डोलै है प्राणियाँ तुद राखेगा सिरजनहार जिन पदाइश तू किया सोई दे आधार दीन दर्द दुख भंजना घट घट नाथ अनाथ शरण तुम्हारी आयो नानक के प्रभु साथ बहु शास्त्र बहु सिमरति पेखै सर्व टंडोला पूजस नाहि हर हरे नानक नाम अमोल सुकाओ टल गुर सेविय ऐनस सहज सुभाए दर्शन परसै गुरु के जन्म मरण दुख जाए वैसे सिफत समधि नूर अरसों कुरसों चटिए डिठे सच्चे पातशाह मल जन्म जन्म दी कटिए सजन सच्चा पातशाह सिर शाहां दे शाह जिस पास बैठिया सोहिए सबना दा साहो जिस पास बैठिया सोहिए सबना दा साहो। सतनाम श्री वाहिगुरु साहिब जीओ। जय श्री महला पंजवा घर चौथा दुपदे एक ओंकार सतगुर प्रसाद। अब मैं सुख पायो गुर आगे तजी सियानप चिंत विसारी अहं छोड़ियो है त्याग रहाओ जो देखो तो सगल मोह मोहियो तो शरण भरियो गुर भाग कर कृपा टहल हर लायो तो जम छोड़ी मोरी लाग। अब मैं सुख पायो गुर आग। वाहिगुरु जी का खालसा वाहिगुरु जी की फतेह। पतत पावन सतगुरु गरीब नवाज गुरु ग्रंथ साहिब जियां दी पवित्र पावन हजूरी अंदर सभायमान हो रही गुरु की संगत ਅੰਮ੍ਰਿਤ ਵੇਲੇ ਤੋਂ ਪਵਿੱਤਰ ਬਾਣੀ ਸ੍ਰੀ ਆਸਾ ਦੀ ਵਾਰ ਔਰ ਉਸ ਤੋਂ ਪਹਿਲਾਂ ਪੰਜ ਬਾਣੀਆਂ ਦੇ ਨਿਤਨੇਮ ਦੀ ਦਾਤ ਸਤਿਗੁਰਾਂ ਨੇ ਸਾਨੂੰ ਬਖਸ਼ੀ ਹੈ। ਇਹ ਜਿਹੜੇ ਕੀਮਤੀ ਸਾਡੇ ਸਵਾਸ ਨੇ, ਇਹ ਮਨੁੱਖਾ ਜਨਮ ਦੀਆਂ ਜੋ ਘੜੀਆਂ ਨੇ, ਇਹ ਗੁਰੂ ਦਰਬਾਰ ਅੰਦਰ ਬੈਠ ਕੇ ਗੁਰਬਾਣੀ ਸਰਵਣ ਕਰਕੇ ਸਫਲੀਆਂ ਹੋ ਰਹੀਆਂ।
ਜਿਵੇਂ ਕਿ ਮਹਾਰਾਜ ਦਾ ਬਚਨ ਹੈ, ਸਾਸ ਸਾਸ ਸਿਮਰੋ ਗੋਬਿੰਦ। ਇਹ ਜੋ ਅਸੀਂ ਸਤ ਸੰਗਤ ਵਿੱਚ ਬੈਠ ਕੇ ਜਿੰਨੇ ਵੀ ਸਵਾਸ ਸਾਨੂੰ ਆ ਰਹੇ ਨੇ, ਅਸੀਂ ਜਾਂ ਬਾਣੀ ਪੜ੍ਹ ਰਹੇ ਹਾਂ, ਬਾਣੀ ਸਰਵਨ ਕਰ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਦਿਦਾਰੇ ਕਰ ਰਹੇ ਹਾਂ, ਇਹ ਸਾਡੇ ਜਿੰਨੇ ਵੀ ਸਵਾਸ ਨੇ ਸਾਰੇ ਸਫਲੇ ਹੋ ਰਹੇ ਨੇ। ਇਹ ਗੁਰੂ ਬਾਦਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਸੋ ਇਸ ਵੇਲੇ ਆਪਾਂ ਗੁਰਬਾਣੀ ਦੀ ਕਥਾ ਸਰਵਨ ਕਰਨ ਵਾਸਤੇ ਇਕੱਤਰਤ ਹੋਏ ਹਾਂ। ਆਓ ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਨ ਕਰੀਏ। ਮਿਲ ਕੇ ਆਖੀਏ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈਤ ਸ੍ਰੀ ਮਹੱਲਾ ਪੰਜਵਾਂ, ਘਰ ਚੌਥਾ ਦੁਪ ਦੇ। ਜੈਤ ਸ੍ਰੀ ਰਾਗ ਦੇ ਅੰਦਰ ਪੰਚਮ ਗੁਰਦੇਵ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਇਹ ਸ਼ਬਦ ਆਪਾਂ 701 ਅੰਗ ਦੇ ਉੱਪਰ ਸਰਵਨ ਕਰਨ ਜਾ ਰਹੇ ਹਾਂ। ਇਹ 701 ਅੰਗ ਦਾ ਪਹਿਲਾ ਸ਼ਬਦ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਾਨੂੰ ਪ੍ਰਾਪਤ ਹੋ ਰਿਹਾ, ਔਰ ਚੌਥੇ ਘਰ ਦੇ ਅੰਦਰ ਗਾਉਣ ਦਾ ਇਸ ਸ਼ਬਦ ਨੂੰ ਮਹਾਰਾਜ ਜੀਆਂ ਦਾ ਹੁਕਮ ਹੈ। ਦੋ ਪਦੇ ਤੋਂ ਭਾਵ ਕਿ ਇਸ ਸ਼ਬਦ ਦੀਆਂ ਦੋ ਪੌੜੀਆਂ ਹੋਣਗੀਆਂ। ਦੋ ਪੌੜੀਆਂ ਤੋਂ ਉਪਰੰਤ ਇਹ ਸ਼ਬਦ ਸੰਪੂਰਨ ਹੋ ਜਾਏਗਾ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਿਰਲੇਖ ਲਿਖਿਆ ਹੈ। ਸੋ ਜੈਤ ਸ੍ਰੀ ਰਾਗ ਦੇ ਅੰਦਰ ਇਹ ਪੰਚਮ ਪਾਤਸ਼ਾਹ ਦਾ ਸ਼ਬਦ ਆਪਾਂ 701 ਅੰਗ ਦੇ ਉੱਪਰ ਸਰਵਨ ਕਰ ਰਹੇ ਹਾਂ। ਸਤਿਗੁਰੂ ਜੀਆਂ ਨੇ ਗੁਰਬਾਣੀ ਦਾ ਮੱਧ ਜੋ ਹੈ ਉਹ 705 ਅੰਗ ਦੇ ਉੱਪਰ ਬਖਸ਼ਿਸ਼ ਕੀਤਾ ਹੈ, ਅਤੇ ਮੱਧ ਤੋਂ ਆਪਾਂ 4 ਅੰਗ ਪਿੱਛੇ ਹਾਂ। ਗੁਰੂ ਕਿਰਪਾ ਕਰੇ ਆਉਣ ਵਾਲੇ ਸਮੇਂ ਵਿੱਚ ਇਹ 4 ਅੰਗਾਂ ਦੀ ਵੀ ਕਥਾ ਵਿਚਾਰ ਆਪਾਂ ਸਰਵਨ ਕਰਕੇ ਵਿਸਾਖੀ 'ਤੇ ਸ਼ੁਭ ਦਿਹਾੜੇ 'ਤੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਾਂਗੇ ਕਿ ਸਤਿਗੁਰੂ ਜਿਸ ਤਰ੍ਹਾਂ ਆਪ ਜੀਆਂ ਨੇ ਇਹ ਕਥਾ ਸਾਨੂੰ ਮੱਧ ਭਾਗ ਤੱਕ ਬਖਸ਼ਿਸ਼ ਕੀਤੀ ਹੈ, ਇਸੇ ਤਰ੍ਹਾਂ ਹੀ ਅੱਗੇ ਸੰਪੂਰਨਤਾਈ ਵੀ ਆਪ ਜੀ ਨੇ ਕਿਰਪਾ ਦੇ ਨਾਲ ਬਖਸ਼ਿਸ਼ ਕਰਨੇ। ਸੋ ਇਹ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦਾ ਸ਼ਬਦ ਆਪਾਂ ਸਰਵਨ ਕਰਨ ਜਾ ਰਹੇ ਹਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਮੰਗਲਾਚਰਨ ਬਖਸ਼ਿਸ਼ ਕਰਦੇ। ਓੰਕਾਰ ਗੁਰਮੁਖੋ ਪਰਮਾਤਮਾ ਦਾ ਨਾਮ ਹੈ। ਵਿਦਵਾਨਾਂ ਨੇ ਪਰਮਾਤਮਾ ਦੇ ਨਾਮ ਦੇ ਕਈ ਅਰਥ ਕੀਤੇ ਨੇ ਅਤੇ ਕਈਆਂ ਅਰਥਾਂ ਦੇ ਕਈ ਭਾਵ ਸਮਝਾਏ ਨੇ ਕਿ ਪਰਮਾਤਮਾ ਦੇ ਨਾਮ ਦਾ ਇਹ ਭਾਵ ਹੈ, ਇਹ ਭਾਵ ਹੈ। ਆਪਾਂ ਇਸ ਤਰ੍ਹਾਂ ਕਹਿ ਲਈਏ ਵੀ ਸਭ ਤੋਂ ਵੱਡਾ ਜੇ ਕੋਈ ਨਾਮ ਹੈ ਤੇ ਕੇਵਲ ਪਰਮਾਤਮਾ ਦਾ ਹੀ ਹੈ। ਮਨੁੱਖ ਭਾਵੇਂ ਸਾਰੀ ਉਮਰ ਨਾਮ ਕਮਾਉਂਦਾ ਰਹੇ, ਸਾਰੀ ਉਮਰ ਆਪਣੇ ਨਾਮ ਦੇ ਕਾਰਡ ਬਣਾ ਬਣਾ ਕੇ ਵੰਡਦਾ, ਆਪਣੇ ਨਾਮ ਦੀ ਅਨਾਉਂਸਮੈਂਟ ਕਰਵਾਉਂਦਾ, ਅਖਬਾਰਾਂ ਵਿੱਚ ਇਸ਼ਤਿਹਾਰ ਦਿੰਦਾ, ਮੈਂ ਫਲਾਣਾ ਹਾਂ। ਸਾਰੀ ਉਮਰ ਨਾਮ ਕਮਾਉਂਦਾ ਰਿਹਾ, ਪਰ ਜਿਸ ਵੇਲੇ ਉਹ ਸਾਰੀ ਉਮਰ ਨਾਮ ਕਮਾਉਣ ਵਾਲਾ ਦੁਨੀਆ ਤੋਂ ਜਾਂਦਾ ਹੈ, ਉਹਦੀ ਅਰਥੀ ਨੂੰ ਮੋਢਾ ਦੇਣ ਵਾਲੇ ਇਹ ਗੱਲ ਨਹੀਂ ਆਖਦੇ ਉਹਦਾ ਨਾਮ ਲੈ ਕੇ ਕਿ ਇਹ ਸਤ ਹੈ। ਉਦੋਂ ਆਖਿਆ ਜਾਂਦਾ ਰਾਮ ਨਾਮ ਸਤ ਹੈ। ਪਰਮਾਤਮਾ ਦਾ ਨਾਮ ਹੀ ਸਤ ਹੈ। ਪਰਮਾਤਮਾ ਦਾ ਨਾਮ ਹੀ ਸਭ ਤੋਂ ਵੱਡਾ ਹੈ। ਸਾਰੀ ਉਮਰ ਨਾਮ ਕਮਾਉਣ ਵਾਲਾ ਵੀ ਉਹਨਾਂ ਚਿਰ ਨਾਮ ਹੈ ਜਿੰਨਾ ਚਿਰ ਉਹ ਜਿਉਂਦਾ ਜਾਗਦਾ। ਉਹਦੇ ਤੋਂ ਬਾਅਦ ਵਿੱਚ ਨਾਮ ਉਹਦਾ ਖਤਮ ਹੋ ਗਿਆ, ਮੁੱਕ ਗਿਆ। ਪਰ ਇੱਕ ਪਰਮਾਤਮਾ ਦਾ ਇਹੋ ਜਿਹਾ ਨਾਮ ਹੈ ਜਿਹੜਾ ਸਦਾ ਹੀ ਰਹੇਗਾ, ਜਿਸ ਨੂੰ ਕੋਈ ਮਿਟਾ ਨਹੀਂ ਸਕੇਗਾ। ਮਹਾਰਾਜ ਕਹਿਣ ਲੱਗੇ ਓੰਕਾਰ, ਗੁਰਮੁਖੋ ਓੰਕਾਰ ਪਰਮਾਤਮਾ, ਪਰਮਾਤਮਾ ਦਾ ਨਾਮ। ਅਤੇ ਕਹਿਣ ਲੱਗੇ ਇਸ ਨਾਮ ਵਾਲਾ ਜਿਹੜਾ ਪਰਮਾਤਮਾ ਉਹ ਕੇਵਲ ਇੱਕ ਹੀ ਹੈ, ਉਹਦੇ ਵਰਗਾ ਦੂਜਾ ਕੋਈ ਨਹੀਂ ਹੈ। ਸਤਿਗੁਰ ਪ੍ਰਸਾਦ, ਐਸੇ ਪਰਮਾਤਮਾ ਦੀ ਪ੍ਰਾਪਤੀ ਗੁਰੂ ਕਿਰਪਾ ਨਾਲ ਹੁੰਦੀ ਹੈ। ਗੁਰੂ ਕਿਰਪਾ ਤੋਂ ਬਿਨਾਂ ਪਰਮਾਤਮਾ ਨਹੀਂ ਜੇ ਮਿਲਦਾ। ਸਭਨੀ ਛਾਲਾਂ ਮਾਰੀਆਂ, ਛਾਲਾਂ ਕੋਈ ਜਿੰਨੀਆਂ ਮਰਜ਼ੀ ਮਾਰੇ, ਭੱਜ ਨੱਠ ਕੋਈ ਜਿੰਨੀ ਮਰਜ਼ੀ ਕਰ ਲਵੇ ਕਿ ਮੈਨੂੰ ਗੁਰੂ ਬਣਾਉਣ ਦੀ ਲੋੜ ਨਾ ਪਵੇ, ਮੈਂ ਆਪਣੇ ਆਪ ਹੀ ਰੱਬ ਨੂੰ ਪਾ ਲਵਾਂ। ਕਹਿਣ ਲੱਗੇ ਨਹੀਂ,
ਦੁਨੀਆ ਵਿੱਚ ਕੋਈ ਵੀ ਵਿਅਕਤੀ ਗੁਰੂ ਧਾਰਨ ਕੀਤੇ ਤੋਂ ਬਿਨਾਂ ਪਰਮਾਤਮਾ ਨੂੰ ਨਹੀਂ ਪਾ ਸਕਿਆ। ਕਈ ਵਾਰੀ ਅਸੀਂ ਇਹ ਗੱਲ ਕਹਿ ਜ਼ਰੂਰ ਦਿੰਦੇ ਹਾਂ, ਮੇਰਾ ਤੇ ਮਨ ਸਾਫ਼ ਹੈ, ਗੁਰੂ ਬਣਾਉਣ ਦੀ ਕੀ ਲੋੜ ਹੈ। ਮਨ ਭਾਵੇਂ ਸਾਫ਼ ਹੈ ਭਾਵੇਂ ਨਹੀਂ ਸਾਫ਼ ਹੈ, ਪਰ ਅਸਲ ਵਿੱਚ ਗੁਰੂ ਧਾਰਨ ਕਰਨਾ ਇੱਕ ਮਰਿਆਦਾ ਹੈ। ਜਿੰਨਾ ਚਿਰ ਉਸ ਮਰਿਆਦਾ ਦੇ ਅੰਦਰ ਨਹੀਂ ਆਉਂਦਾ ਉਨਾ ਚਿਰ ਪ੍ਰਾਪਤੀ ਨਹੀਂ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ, ਉਹਦੀ ਪ੍ਰਾਪਤੀ ਗੁਰੂ ਕਿਰਪਾ ਨਾਲ ਹੁੰਦੀ ਹੈ। ਅਬ ਮੈਂ ਸੁਖ ਪਾਇਓ ਗੁਰ ਆਗ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ, ਕਹਿਣ ਲੱਗੇ ਅਬ ਮੈਂ, ਭਾਈ ਹੁਣ ਮੈਂ ਸੁਖ ਪਾਇਆ ਹੈ। ਮਹਾਰਾਜ ਤੁਸੀਂ ਸੁਖ ਪਾਇਆ ਤੇ ਅਸੀਂ ਸੁਖ ਪਾਉਣਾ ਹੋਵੇ ਕਿਵੇਂ ਪਾਵਾਂਗੇ? ਤੇ ਪਾਤਸ਼ਾਹ ਕਹਿਣ ਲੱਗੇ ਗੁਰ ਆਗ, ਸੋ ਗੁਰੂ ਦੀ ਆਗਿਆ ਵਿੱਚ ਰਹਿ ਕੇ, ਗੁਰੂ ਦੀ ਆਗਿਆ ਮੰਨੀ ਹੈ, ਗੁਰੂ ਦਾ ਕਹਿਣਾ ਮੰਨਿਆ ਹੈ। ਗੁਰੂ ਦਾ ਕਹਿਣਾ ਮੰਨ ਕੇ ਮੈਨੂੰ ਸੁਖ ਪ੍ਰਾਪਤ ਹੋਇਆ ਹੈ। ਜਿਹੜਾ ਗੱਗਾ ਅੱਖਰ ਹੈ ਉਹਦੇ ਥੱਲੇ ਇੱਕ ਲਹੰਤ ਲੱਗੀ ਹੈ, ਤੇ ਕਈ ਵਾਰੀ ਪੜ੍ਹਨ ਵਾਲੇ ਪੜ੍ਹ ਜਾਂਦੇ ਗੁਰ ਆਗਿਆ ਜਾਂ ਗੁਰ ਆਗੈ। ਇਸ ਪਾਠ ਨੂੰ ਇਸ ਤਰ੍ਹਾਂ ਕਹਿ ਜਾਂਦੇ ਜਿਹੜੇ ਸਹਿਜ ਪਾਠ ਕਰਨ ਵਾਲੇ ਪ੍ਰੇਮੀ ਨੇਮੀ ਗੁਰੂ ਕੇ ਸਿੱਖ। ਪਰ ਗੁਰਮੁਖੋ ਇਹ ਜਿਹੜੀ ਗੱਗੇ ਨੂੰ ਲਹੰਤ ਹੈ, ਇਹਦਾ ਐੜਾ ਅੱਖਰ ਜਿਹੜਾ ਹੈ ਉਹ ਬਣ ਜਾਣਾ ਹੈ, ਔਰ ਐੜੇ ਨੂੰ ਕੋਈ ਲਗਾ ਮਾਤਰਾ ਨਹੀਂ ਹੈ। ਜਿਹੜਾ ਆਗ ਲਿਖਿਆ ਐੜੇ ਨੂੰ ਕਰਨਾ, ਗੱਗੇ ਨੂੰ ਸਿਹਾਰੀ ਆਗ, ਇਹਨੂੰ ਥੋੜ੍ਹਾ ਜਿਹਾ ਹੋਰ ਕੱਸ ਦੇਣਾ ਹੈ, ਆਪਣੇ ਆਪ ਐੜਾ ਲੱਗ ਜਾਣਾ ਹੈ। ਅਬ ਮੈਂ ਸੁਖ ਪਾਇਓ ਗੁਰ ਆਗ, ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਆਗਿਆ ਦੇ ਨਾਲ ਮੈਨੂੰ ਸੁਖ ਮਿਲਿਆ। ਇਹ ਬਚਨ ਸਾਨੂੰ ਪੱਲੇ ਬੰਨ੍ਹਣਾ ਪਵੇਗਾ। ਜਿੰਨਾ ਚਿਰ ਗੁਰੂ ਦੀ ਆਗਿਆ ਵਿੱਚ ਨਹੀਂ ਆਉਂਦੇ, ਗੁਰੂ ਦੀ ਮਰਿਆਦਾ ਵਿੱਚ ਨਹੀਂ ਆਉਂਦੇ, ਗੁਰੂ ਦੇ ਕਹਿਣੇ ਵਿੱਚ ਨਹੀਂ ਆਉਂਦੇ, ਉਹਨਾਂ ਚਿਰ ਸੁਖ ਨਹੀਂ ਮਿਲੇਗਾ, ਸੁਖ ਦੀ ਪ੍ਰਾਪਤੀ ਨਹੀਂ ਹੈ। ਜਿੰਨਾ ਚਿਰ ਇਹ ਸਾਡਾ ਮਨ ਆਪਣੀ ਮਰਜ਼ੀ ਨਾਲ ਭੱਜਾ ਫਿਰਦਾ ਹੈ, ਦੇਸ਼ ਦੀ ਧਰਤੀ ਤੇ ਵਿਦੇਸ਼ ਦੀ ਧਰਤੀ ਤੇ, ਮਾਇਆ ਕਾਰਨ ਧਾਵਹੀ ਮੂਰਖ ਲੋਕ ਅਜਾਨ। ਸਾਡੇ ਮਨ ਵਿੱਚ ਇਹ ਭਰਮ ਪੈਦਾ ਹੋ ਗਿਆ ਹੈ, ਮੇਰੇ ਕੋਲ ਬਹੁਤੇ ਪਦਾਰਥ ਹੋਣਗੇ ਤੇ ਮੈਂ ਸੁਖੀ ਹੋ ਜਾਵਾਂਗਾ। ਮਹਾਰਾਜ ਕਹਿਣ ਲੱਗੇ ਨਹੀਂ, ਬਹੁਤੇ ਪਦਾਰਥ ਤੇ ਹਰਨਾਕਸ਼ ਕੋਲ ਵੀ ਬੜੇ ਨੇ, ਪਦਾਰਥ ਤੇ ਰਾਵਣ ਕੋਲ ਬੜੇ ਨੇ, ਪਦਾਰਥ ਤੇ ਇੰਦਰ ਰਾਜੇ ਕੋਲ ਵੀ ਬੜੇ ਨੇ, ਸਵਰਗਾਂ ਦਾ ਰਾਜਾ ਹੈ। ਪਰ ਬਹੁਤੇ ਪਦਾਰਥ ਪਾਉਣ ਦੇ ਬਾਵਜੂਦ ਵੀ ਸੁਖ ਨਹੀਂ ਮਿਲਿਆ। ਬਾਹਰੋਂ ਸੁਖ ਲੱਭਦਾ ਫਿਰਦਾ, ਵਿਕਾਰਾਂ ਵਿੱਚੋਂ ਸੁਖ ਲੱਭਦਾ ਫਿਰਦਾ, ਆਪਣੀ ਮਹਿਮਾ ਕਰਾ ਕੇ ਸੁਖ ਲੱਭਦਾ ਫਿਰਦਾ, ਪਰ ਸੁਖ ਨਹੀਂ ਮਿਲਿਆ। ਸੁਖ ਕਿਵੇਂ ਮਿਲੇਗਾ? ਸੁਖ ਤਾਂ ਮਿਲੇਗਾ ਜਦੋਂ ਗੁਰੂ ਦੀ ਆਗਿਆ ਵਿੱਚ ਮਰਿਆਦਾ ਵਿੱਚ ਆਵੇਗਾ। ਤਾਤੀ ਵਾਓ ਨ ਲੱਗਈ ਪਾਰ ਬ੍ਰਹਮ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਪਾਏ। ਸਤਿਗੁਰੂ ਬਖਸ਼ਿਸ਼ ਕਰਦੇ, ਜਦੋਂ ਗੁਰੂ ਦੀ ਆਗਿਆ ਵਿੱਚ ਆ ਜਾਵੇਗਾ ਤੈਨੂੰ ਬਾਹਰੀ ਕੋਈ ਦੁੱਖ ਗੁਰੂ ਲੱਗਣ ਹੀ ਨਹੀਂ ਦੇਵੇਗਾ। ਤੇਰੇ ਚਾਰ ਚਫੇਰੇ ਗੁਰੂ ਤੇਰੀ ਰੱਖਿਆ ਵਾਲਾ ਬਣ ਜਾਵੇਗਾ। ਪਰ ਰੱਖਿਆ ਉਦੋਂ ਹੋਵੇਗੀ ਗੁਰੂ ਕਿਆ ਸਿਖਾ, ਜਦੋਂ ਤੂੰ ਗੁਰੂ ਦੀ ਆਗਿਆ ਵਿੱਚ ਆ ਗਿਆ, ਗੁਰੂ ਦੇ ਕਹਿਣੇ ਵਿੱਚ ਆ ਗਿਆ। ਕਹਿਣੇ ਤੋਂ ਬਾਹਰ ਨਿਕਲੇਗਾ, ਗੁਰੂ ਤੈਨੂੰ ਝਿੜਕ ਦੇਵੇਗਾ, ਝਿੜਕ ਕੇ ਵਾਪਸ ਮੁੜੇਗਾ। ਜੇ ਗੁਰ ਝਿੜਕੇ ਤਾਂ ਮੀਠਾ ਲੱਗ। ਸਾਡੇ ਸਾਹਮਣੇ ਸਾਖੀ ਆਉਂਦੀ ਹੈ ਨਾ ਭਾਈ ਜੋਗਾ ਜੀ ਦੀ। ਗੁਰਮੁਖੋ ਪਿਸ਼ਾਵਰ ਤੋਂ ਚੱਲਿਆ, ਆਨੰਦ ਕਾਰਜ ਕਰਵਾਉਂਦਾ ਵਿੱਚ ਹੀ ਛੱਡ ਦਿੱਤੇ। ਮੈਨੂੰ ਗੁਰੂ ਦਾ ਹੁਕਮ ਆ ਗਿਆ, ਮੈਂ ਬਾਕੀ ਕੰਮ ਬਾਅਦ ਵਿੱਚ ਕਰਨਾ, ਮੈਂ ਤੇ ਗੁਰੂ ਦੀ ਆਗਿਆ ਮੰਨਣੀ ਹੈ। ਹੁਣ ਸਤਿਗੁਰੂ ਇੱਥੇ ਪਰਖ ਕਰਦੇ ਪਏ ਵੀ ਆਗਿਆ ਕਿੰਨੀ ਕੁ ਮੰਨਦਾ ਹੈ। ਤੇ ਜਦੋਂ ਪਰਖ ਕਰਨ ਦਾ ਸਮਾਂ ਆਇਆ ਗੁਰਮੁਖੋ, ਉੱਥੇ ਤੇ ਵਾਕਿਆ ਹੀ ਆਗਿਆ ਮੰਨ ਲਈ। ਕਹਿਣ ਲੱਗਾ ਡੋਲਾ ਬਾਅਦ ਵਿੱਚ ਲੈ ਕੇ ਜਾਵਾਂਗਾ, ਤੇ ਮੈਂ ਪਹਿਲਾਂ ਗੁਰੂ ਦਾ ਬਚਨ ਸੁਣਨਾ। ਗੁਰੂ ਨੇ ਮੈਨੂੰ ਯਾਦ ਕੀਤਾ ਹੈ। ਦੌੜਿਆ ਛੇਤੀ ਨਾਲ ਪਿਸ਼ਾਵਰ ਤੋਂ ਚੱਲ ਪਿਆ। ਅਨੰਦਪੁਰ ਸਾਹਿਬ ਮਹਾਰਾਜ ਨੇ ਬੁਲਾਇਆ। ਰਸਤੇ ਵਿੱਚ ਆਉਂਦਿਆਂ ਮਨ ਵਿੱਚ ਵਿਚਾਰ ਆ ਗਿਆ। ਕਹਿਣ ਲੱਗਾ ਵੀ ਜੋਗਾ ਸਿਆਂ, ਮਹਾਰਾਜ ਦੇ ਕੋਲ ਭਾਈ ਧਰਮ ਸਿੰਘ ਬੈਠੇ ਨੇ, ਭਾਈ ਦਇਆ ਸਿੰਘ ਵਰਗੇ ਬੈਠੇ ਨੇ, ਭਾਈ ਬਚਿੱਤਰ ਸਿੰਘ ਵਰਗੇ ਬੈਠੇ, ਬੜੇ ਬੜੇ ਕਹਿਣੀ ਕਰਨੀ ਦੇ ਪੂਰੇ ਸਿੱਖ ਬੈਠੇ ਹੋਏ, ਪਰ ਤੂੰ ਇੱਕ ਖਾਸ ਹੈ ਜਿਹਦਾ ਸਤਿਗੁਰੂ ਨੇ ਤੈਨੂੰ ਯਾਦ ਕੀਤਾ ਹੈ। ਜੋ ਸਤਿਗੁਰਾਂ ਦਾ ਕਾਰਜ ਤੇਰੇ ਕਰਕੇ ਹੋਣਾ, ਤੂੰ ਬਹੁਤਾ ਖਾਸ ਹੈ। ਜਦੋਂ ਐਸਾ ਮਾਣ ਵਾਲਾ ਬਚਨ ਆ ਗਿਆ, ਗੁਰਮੁਖੋ ਹੁਸ਼ਿਆਰਪੁਰ ਦੀ ਧਰਤੀ,
ਸਾਡੇ ਨੇੜੇ ਹੀ ਹੁਸ਼ਿਆਰਪੁਰ ਸ਼ਹਿਰ ਹੈ। ਇੱਥੇ ਆ ਕੇ ਮਨ ਭਟਕ ਗਿਆ, ਬੇਈਮਾਨ ਹੋ ਗਿਆ, ਮਨ ਦੇ ਵਿੱਚ ਮਾੜੇ ਖਿਆਲ ਆਉਣੇ ਸ਼ੁਰੂ ਹੋ ਗਏ। ਆਪਾਂ ਇਹ ਬਚਨ ਪੜ੍ਹਦੇ ਆ ਨਾ, ਕਬਹੂ ਜੀੜਾ ਉਬ ਚੜ੍ਹਤ ਹੈ ਕਬਹੂ ਜਾਏ ਪਿਆਲੇ। ਇਹ ਮਨ ਦਾ ਕੋਈ ਪਤਾ ਨਹੀਂ, ਮਨ ਨੇ ਕਿੱਥੇ ਕੀ ਕਰ ਦੇਣਾ। ਇੱਕ ਪਾਸੇ ਤੇ ਆਪਣੀ ਘਰਵਾਲੀ ਛੱਡ ਕੇ ਤੁਰ ਪਿਆ, ਮੈਨੂੰ ਕੋਈ ਵਕਾਰ ਨਹੀਂ, ਮੈਨੂੰ ਕੋਈ ਇੱਛਾ ਹੀ ਨਹੀਂ ਹੈ, ਕੋਈ ਨਹੀਂ ਬਾਅਦ ਵਿੱਚ ਡੋਲਾ ਲੈ ਜਾਵਾਂਗਾ। ਮਨ ਉੱਪਰ ਚੜ੍ਹ ਗਿਆ, ਉੱਪਰਲੀ ਅਵਸਥਾ ਵਿੱਚ ਚਲੇ ਗਿਆ ਵੀ ਕੋਈ ਗੱਲ ਨਹੀਂ, ਰਿਸ਼ਤੇਦਾਰੀਆਂ ਫਿਰ ਬਣ ਜਾਣਗੀਆਂ, ਰਿਸ਼ਤੇ ਫਿਰ ਬਣ ਜਾਣਗੇ, ਮਨ ਦੀਆਂ ਤਮੰਨਾ, ਮਨ ਦੀਆਂ ਵਾਸ਼ਨਾਵਾਂ ਫਿਰ ਪੂਰੀਆਂ ਹੋ ਜਾਣਗੀਆਂ। ਗੁਰੂ ਦੀ ਆਗਿਆ ਮੰਨਣੀ ਹੈ। ਉਹੀ ਗੁਰੂ ਕੀ ਆਗਿਆ ਮੰਨਣ ਵਾਲਾ ਜਦੋਂ ਆ ਗਿਆ ਹੁਸ਼ਿਆਰਪੁਰ ਦੀ ਧਰਤੀ ਤੇ, ਕਬਹੂ ਜਾਏ ਪਿਆਲੇ, ਇਹ ਮਨ ਕਦੇ ਟਿਕਿਆ ਨਹੀਂ ਰਹਿੰਦਾ। ਇੱਥੇ ਆ ਕੇ ਮਨ ਬਿਲਕੁਲ ਹੀ ਡਿੱਗ ਗਿਆ। ਤੇ ਡਿੱਗਿਆ ਵੀ ਕਿਹਦੇ ਤੇ ਜਾ ਕੇ? ਵੇਸਵਾ ਦੇ ਉੱਪਰ, ਜਿਹੜਾ ਤਨ ਵੇਚਣ ਵਾਲੀ ਹੈ ਮਾਇਆ ਦੇ ਖਾਤਰ। ਇੱਕ ਪਾਸੇ ਆਪਣਾ ਪਰਿਵਾਰ ਛੱਡ ਕੇ ਤੁਰ ਪਿਆ, ਮਨ ਬੜੀ ਉੱਚੀ ਅਵਸਥਾ ਵਿੱਚ ਹੈ, ਗੁਰੂ ਨੇ ਯਾਦ ਕੀਤਾ। ਤੇ ਦੂਸਰੇ ਪਾਸੇ ਜਦੋਂ ਮਨ ਡਿੱਗਿਆ ਤੇ ਵੇਸਵਾ ਦੇ ਦੁਆਰੇ ਨੂੰ ਲੱਭਦਾ ਪਿਆ। ਮਹਾਰਾਜ ਕਹਿਣ ਲੱਗੇ, ਭਾਈ ਇਹ ਮਨ ਦੇ ਵੇਗ ਦਾ ਕੋਈ ਨਹੀਂ ਜੇ ਪਤਾ, ਇਹ ਮਨ ਨੇ ਕਿੱਧਰ ਨੂੰ ਚੱਲ ਪੈਣਾ। ਕਦੇ ਤੇ ਹੀਰੇ ਮੋਤੀਆਂ ਦੇ ਭਰੇ ਹੋਏ ਬਰਤਨ ਵੀ ਛੱਡ ਦਿੰਦਾ, ਮੈਨੂੰ ਨਹੀਂ ਚਾਹੀਦੇ ਹੀਰੇ ਮੋਤੀ, ਫੌਜਾਂ ਨਹੀਂ ਚਾਹੀਦੀਆਂ, ਮੈਨੂੰ ਰਾਜ ਭਾਗ ਨਹੀਂ ਚਾਹੀਦਾ। ਤੇ ਕਦੇ ਮਨ ਇੰਨਾ ਡਿੱਗਦਾ ਕਿ ਗਲੀ ਦੇ ਵਿੱਚ ਜੇ ਕੋਈ ਸਿੱਕਾ ਵੀ ਪਿਆ ਹੋਵੇ ਤੇ ਉਹਨੂੰ ਵੀ ਚੁੱਕ ਕੇ ਜੇਬ ਵਿੱਚ ਪਾ ਲੈਂਦਾ। ਮਨ ਦਾ ਕੋਈ ਪਤਾ ਨਹੀਂ, ਇਹਦੀ ਲਹਿਰ ਕਿੱਧਰ ਨੂੰ ਚੱਲ ਪੈਣੀ ਹੈ। ਇਸੇ ਤਰ੍ਹਾਂ ਭਾਈ ਜੋਗਾ ਜੀ ਤੁਰੇ ਆਉਂਦੇ, ਇੱਕ ਪਾਸੇ ਤੇ ਆਪਣਾ ਡੋਲਾ ਛੱਡ ਕੇ, ਪਰਿਵਾਰ ਛੱਡ ਕੇ ਤੁਰ ਪਏ। ਗੁਰੂ ਨੇ ਯਾਦ ਕੀਤਾ, ਤੁਰ ਪਿਆ। ਜਦੋਂ ਹੁਸ਼ਿਆਰਪੁਰ ਦੀ ਧਰਤੀ ਤੇ ਆਇਆ, ਮਨ ਬਦਲ ਗਿਆ, ਮਨ ਦੇ ਵਿਚਾਰ ਬਦਲ ਗਏ, ਵਕਾਰ ਦੀ ਭਾਵਨਾ ਆ ਗਈ। ਤੇ ਸਤਿਗੁਰੂ ਪਾਤਸ਼ਾਹ ਫਿਰ ਖੜ ਗਏ ਰਸਤੇ ਦੇ ਵਿੱਚ। ਤੇ ਰਸਤੇ ਵਿੱਚ ਖੜ ਕੇ ਫਿਰ ਤਾੜ ਕੇ ਆਖਿਆ, ਕਹਿਣ ਲੱਗੇ, ਤੇਰੇ ਵਰਗੇ ਸਿੱਖ ਦਾ ਰਸਤਾ ਇਹ ਨਹੀਂ, ਤੇਰੇ ਵਰਗੇ ਸਿੱਖ ਦਾ ਰਸਤਾ ਅਨੰਦਪੁਰ ਸਾਹਿਬ ਨੂੰ ਜਾਣ ਵਾਲਾ ਹੈ। ਜਿਹੜਾ ਰਸਤਾ ਜਾਂਦਾ ਪਿਆ ਉਧਰ ਨੂੰ ਚੱਲ ਤੇ ਗੁਰੂ ਪਾਤਸ਼ਾਹ ਦੇ ਕੋਲ ਪਹੁੰਚ। ਮਹਾਰਾਜ ਬਖਸ਼ਿਸ਼ ਕਰਦੇ, ਅਬ ਮੈਂ ਸੁਖ ਪਾਇਓ ਗੁਰ ਆਗ। ਗੁਰੂ ਦੀ ਆਗਿਆ ਵਿੱਚ ਰਹਿ ਕੇ ਗੁਰੂ ਕਿਆ ਸਿੱਖਾਂ ਨੇ ਸੁਖ ਪਾਇਆ। ਜਿਨ੍ਹਾਂ ਨੇ ਆਗਿਆ ਮੰਨੀ ਹੈ, ਗੁਰੂ ਉਹਨੂੰ ਸੁਖ ਦਿੰਦਾ ਪਿਆ। ਜੇ ਆਗਿਆ ਮੰਨਦਾ ਕਿਤੇ ਡੋਲਦਾ ਪਿਆ ਹੈ, ਸਤਿਗੁਰੂ ਉੱਥੇ ਵੀ ਅੱਗੇ ਜਾ ਕੇ ਖੜ ਜਾਂਦੇ, ਉੱਥੇ ਵੀ ਜਾ ਕੇ ਅੱਗੋਂ ਮੋੜਾ ਲਾ ਦਿੰਦੇ, ਬਚਾ ਕਰ ਦਿੰਦੇ, ਅਤੇ ਫਿਰ ਭੁੱਲੇ ਭੜਕੇ ਨੂੰ ਰਸਤੇ ਦੇ ਉੱਪਰ ਪਾ ਦਿੰਦੇ, ਬਚਾ ਦਿੰਦੇ ਵਿਕਾਰਾਂ ਦੇ ਉੱਪਰੋਂ। ਸਤਿਗੁਰੂ ਇੱਥੇ ਬਖਸ਼ਿਸ਼ ਵਾਲਾ ਬਚਨ ਕਰ ਰਿਹਾ। ਕਹਿਣ ਲੱਗੇ, ਭਾਈ ਗੁਰੂ ਦੀ ਆਗਿਆ ਵਿੱਚ ਰਹਿ ਕੇ ਹੀ ਸੁਖ ਪਾਈਦਾ। ਜਿਹੜੇ ਗੁਰੂ ਦੀ ਆਗਿਆ ਤੋਂ ਬਾਹਰ ਹੋ ਜਾਂਦੇ, ਉਹ ਕੁਕਰਮੀ ਹੋ ਜਾਂਦੇ, ਉਹ ਨਲਾਇਕ ਹੋ ਜਾਂਦੇ, ਉਹਨਾਂ ਨੂੰ ਡਰਪੋਕ ਕਿਹਾ ਜਾਂਦਾ, ਦੁਨੀਆ ਉਹਨਾਂ ਨੂੰ ਲਾਹਨਤਾਂ ਪਾਉਂਦੀ ਹੈ। ਤੇ ਕਿੰਨੇ ਵੱਡੇ ਇਤਿਹਾਸ ਦੇ ਵੱਡੇ ਵੱਡੇ ਬਚਨ ਸਾਡੇ ਸਾਹਮਣੇ। ਦੁਨੀ ਚੰਦ ਭੱਜਿਆ ਨਾ, ਗੁਰੂ ਦੀ ਆਗਿਆ ਵਿੱਚ ਨਹੀਂ ਰਿਹਾ। ਮੈਂ ਹਾਥੀ ਨਾਲ ਕਿਵੇਂ ਲੜਾਂ? ਅੱਜ ਸਾਰੀ ਦੁਨੀਆ ਦੁਨੀ ਚੰਦ ਨੂੰ ਲਾਹਨਤਾਂ ਹੀ ਪਾਉਂਦੀ ਹੈ ਕਿ ਇਹ ਕੰਧ ਟੱਪ ਕੇ ਦੌੜਿਆ, ਪਰ ਗੁਰੂ ਦੇ ਹੁਕਮ ਨੂੰ ਨਹੀਂ ਮੰਨਿਆ। ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀ ਜਦੋਂ ਰਾਮਿਆਣਾ ਸਾਹਿਬ ਦੀ ਧਰਤੀ ਤੇ ਮਾਲਵੇ ਵਿੱਚ ਪਹੁੰਚੇ, ਤੇ ਕੁਝ ਲੋਕਾਂ ਨੇ ਜਾ ਕੇ ਆਖਿਆ, ਮਹਾਰਾਜ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ, ਅਸੀਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਨਹੀਂ ਛੱਡਾਂਗੇ। ਅੱਜ ਸਾਰੀ ਦੁਨੀਆ ਉਹਨਾਂ ਨੂੰ ਮਾੜਾ ਕਹਿੰਦੀ ਪਈ ਹੈ, ਪਰ ਦੂਸਰੇ ਪਾਸੇ ਭਾਈ ਮਹਾਂ ਸਿੰਘ ਵਰਗੇ ਕਹਿਣ ਲੱਗੇ, ਮਹਾਰਾਜ ਤਨ ਕੁਰਬਾਨ ਕਰ ਦਿਆਂਗੇ। ਉਹਨਾਂ ਨੇ ਕੁਰਬਾਨੀ ਕੀਤੀ ਹੈ, ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਜਿਨ੍ਹਾਂ ਨੇ ਆਗਿਆ ਮੰਨੀ ਹੈ, ਉਹਨਾਂ ਨੇ ਸੁਖ ਵੀ ਲਿਆ, ਇੱਜ਼ਤ ਵੀ ਮਿਲੀ ਹੈ, ਮਾਣ ਸਨਮਾਨ ਵੀ ਮਿਲਿਆ। ਤੇ ਜਿਹੜੇ ਆਗਿਆ ਤੋਂ ਬਾਹਰੀ ਹੋ ਗਏ, ਉਹ ਇੱਜ਼ਤ ਤੋਂ ਵੀ ਗਏ, ਮਾਣ ਤੋਂ ਵੀ ਗਏ, ਸਨਮਾਨ ਤੋਂ ਵੀ ਗਏ, ਸਗੋਂ ਦੁਨੀਆ ਬੁਰਾ ਭਲਾ ਕਹਿੰਦੀ ਪਈ ਹੈ। ਮਹਾਰਾਜ ਕਹਿਣ ਲੱਗੇ, ਭਾਈ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਆਗਿਆ ਵਿੱਚ ਰਵੇਂਗਾ, ਤੈਨੂੰ ਸਾਰੇ ਸੁੱਖ ਮਿਲ ਜਾਣੇ ਹਨ। ਤਜੀ ਸਿਆਣਪ ਚਿੰਤ ਵਿਸਾਰੀ। ਗੁਰੂ ਦੇ ਕੋਲ ਆ ਕੇ ਸਿਆਣਪਾਂ ਛੱਡ ਦੇ, ਗੁਰੂ ਦੇ ਕੋਲ ਆ ਕੇ ਸਿਆਣਪ ਨਾ ਵਰਤਿਆ ਕਰ, ਕਿਉਂਕਿ ਜੋ ਕੁਝ ਕਰਨਾ ਉਹਨੇ ਆਪੇ ਕਰ ਲੈਣਾ। ਤੂੰ ਤੇ ਇੱਥੇ ਆ ਕੇ ਵੀ ਤਾਣੇ ਪੇਟੇ ਵਾਂਗ ਸਕੀਮਾਂ ਬੁਣਦਾ ਹੀ ਰਹਿੰਦਾ, ਇੱਥੇ ਆ ਕੇ ਵੀ ਕੋਈ ਨਾ ਕੋਈ ਹਿਸਾਬ ਕਿਤਾਬ ਬਣਦਾ ਰਹਿੰਦਾ, ਬਣਾਉਂਦਾ ਰਹਿੰਦਾ। ਮਹਾਰਾਜ ਕਹਿਣ ਲੱਗੇ, ਨਹੀਂ, ਜਦੋਂ ਗੁਰੂ ਦਰਬਾਰ ਵਿੱਚ ਆ ਜਾਂਦਾ, ਗੁਰੂ ਦੇ ਕੋਲ ਆ ਕੇ ਸਿਆਣਪਾਂ ਛੱਡ ਦਿਆ ਕਰ। ਮਹਾਰਾਜ ਜੀਆਂ ਦਾ ਬਚਨ ਹੈ, ਸਹਿਸ ਸਿਆਣਪਾਂ ਲੱਖ ਹੋਏ, ਭਾਵੇਂ ਤੇਰੇ ਕੋਲ ਲੱਖਾਂ ਵੀ ਸਿਆਣਪਾਂ ਕਿਉਂ ਨਾ ਹੋਣ,
ਬੜੀਆਂ ਬੜੀਆਂ ਯੋਜਨਾਵਾਂ ਤੂੰ ਬਣਾਉਂਦਾ ਹੋਵੇਂ, ਪਰ ਤੇਰੀ ਸਿਆਣਪ ਗੁਰੂ ਦੇ ਮੁਕਾਬਲੇ ਕੁਝ ਨਹੀਂ ਹੈ, ਗੁਰੂ ਦੇ ਸਾਹਮਣੇ ਕੁਝ ਨਹੀਂ ਹੈ। ਭਾਵੇਂ ਤੂੰ ਕਿੰਨਾ ਵੀ ਚਾਤਰ ਚਲਾ ਕਿਉਂ ਨਾ ਹੋਵੇ, ਗੱਲਾਂ ਨਾਲ ਕਿੰਨਾ ਵੀ ਤੂੰ ਚੰਗਾ ਬੰਨਾ ਕਿਉਂ ਨਾ ਜਾਣਦਾ ਹੋਵੇ, ਪਰ ਸਿਆਣਪ ਗੁਰੂ ਦੇ ਅੱਗੇ ਨਹੀਂ ਚੱਲਦੀ। ਭਾਈ ਡੱਲੇ ਨੇ ਆਖਿਆ ਨਾ, ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਮੈਨੂੰ ਯਾਦ ਕਰਦੇ, ਮੈਂ ਆਪਣੀਆਂ ਫੌਜਾਂ ਨੂੰ ਲੈ ਕੇ ਆਉਂਦਾ, ਸਿਆਣਾ ਬੰਨਾ ਚਾਹੁੰਦਾ, ਹਮਦਰਦੀ ਜਤਾਉਂਦਾ ਪਿਆ ਵੀ ਮਹਾਰਾਜ ਮੈਂ ਬੜਾ ਤੁਹਾਡੇ ਨਾਲ ਮਿਲ ਕੇ ਆ ਕੇ ਲੜਦਾ। ਤੇ ਸਤਿਗੁਰੂ ਪਾਤਸ਼ਾਹ ਨੇ ਇਹਦੀ ਸਿਆਣਪ ਨੂੰ ਵੇਖਣ ਵਾਸਤੇ ਆਖਿਆ, ਫਿਰ ਲਿਆ ਬਹੁਤਿਆਂ ਵਿੱਚੋਂ ਇੱਕ ਹੀ ਲਿਆ, ਸਾਨੂੰ ਬਹੁਤਿਆਂ ਦੀ ਲੋੜ ਨਹੀਂ ਵੀ ਤੇਰੇ ਕੋਲ 500 ਬੰਦਾ ਹੈ ਕਿ 1000 ਆਦਮੀ ਹੈ, ਨਹੀਂ ਇੱਕ ਹੀ ਲਿਆ, ਸਾਨੂੰ ਇੱਕ ਦੇ ਨਾਲ ਹੀ ਪਤਾ ਲੱਗ ਜਾਵੇ। ਜਦੋਂ ਕੋਈ ਹਲਵਾਈ, ਕੋਈ ਰਾਜਾ ਚੌਲਾਂ ਦਾ ਪਤੀਲਾ ਰੱਖਦਾ ਨਾ, ਦੇਗ ਰੱਖਦਾ ਚੁੱਲ੍ਹੇ ਦੇ ਉੱਪਰ, ਤੇ ਉਹਨੂੰ ਚੌਲ ਪੱਕੇ ਨੇ ਕਿ ਕੱਚੇ ਨੇ ਵੇਖਣ ਵਾਸਤੇ ਸਾਰੀ ਉਸ ਦੇਗ ਵਿੱਚ ਨਹੀਂ ਵੜਨਾ ਪੈਂਦਾ, ਇੱਕ ਚੌਲ ਨੂੰ ਟੋਹ ਕੇ ਵੇਖ ਲੈਂਦਾ ਵੀ ਪੱਕੇ ਨੇ ਕਿ ਕੱਚੇ ਨੇ। ਹੁਣ ਮਹਾਰਾਜ ਜੀ ਨੂੰ ਸਾਰਿਆਂ ਦੀ ਪਰਖ ਕਰਨ ਦੀ ਲੋੜ ਨਹੀਂ, ਇੱਕ ਦੀ ਪਰਖ ਨਾਲ ਹੀ ਪਤਾ ਲੱਗਣਾ ਵੀ ਕਿੱਥੇ ਖੜੇ ਹੋਏ। ਜਦੋਂ ਇੱਕ ਨੂੰ ਮੰਗਿਆ ਕੋਈ ਵੀ ਨਹੀਂ ਖਲੋਤਾ, ਸਾਰੇ ਹੀ ਦੌੜ ਗਏ, ਭੱਜ ਗਏ। ਮਹਾਰਾਜ ਨੇ ਸਮਝਾਇਆ, ਕਹਿਣ ਲੱਗੇ ਤੂੰ ਸਿਆਣਪ ਤੇ ਬੜੀ ਵਿਖਾਈ ਹੈ, ਹਮਦਰਦੀ ਤੇ ਬੜੀ ਜਤਾਈ ਹੈ, ਪਰ ਗੁਰੂ ਦੇ ਅੱਗੇ ਸਿਆਣਪ ਨਹੀਂ ਜੇ ਚੱਲਦੀ। ਗੁਰੂ ਜਦੋਂ ਪਰਖ ਕਰਨ ਤੇ ਆਉਂਦਾ ਹੈ, ਵੱਡੇ ਵੱਡੇ ਮੈਦਾਨ ਛੱਡ ਕੇ ਦੌੜਦੇ। ਰੋ ਵਿਚਾਰ ਸਤਿਗੁਰੂ ਕਹਿਣ ਲੱਗੇ, ਤਜੀ ਸਿਆਣਪ, ਗੁਰੂ ਦੇ ਅੱਗੇ ਆ ਕੇ ਸਿਆਣਪਾਂ ਛੱਡ ਦਿਆ ਕਰ। ਤੇ ਦੂਜਾ ਬਚਨ ਮਹਾਰਾਜ ਬਖਸ਼ਦੇ ਹਨ, ਚਿੰਤ ਵਿਸਾਰੀ, ਫਿਰ ਸਤਿਗੁਰਾਂ ਦੇ ਅੱਗੇ ਆ ਕੇ ਚਿੰਤਾ ਨਾ ਕਰਿਆ ਕਰ। ਗੁਰੂ ਦਰਬਾਰ ਵਿੱਚ ਬੈਠਾ ਬੜਾ ਫਿਕਰ ਪਿਆ ਹੋਇਆ, ਆਹ ਕੰਮ ਨਾ ਬਣਿਆ ਤਾਂ ਕੀ ਕਰਾਂਗੇ, ਉਹ ਕੰਮ ਨਾ ਹੋਇਆ ਤੇ ਫਿਰ ਕੀ ਹੋਵੇਗਾ। ਜੇ ਗੁਰੂ ਦਰਬਾਰ ਵਿੱਚ ਆ ਗਿਆ, ਚਿੰਤਾ ਛੱਡ ਦੇ ਇੱਥੇ ਆ ਕੇ। ਗੁਰਮੁਖੋ ਸਾਡੇ ਸਾਹਮਣੇ ਸਾਖੀ ਆਈ ਜਾਂਦੀ ਹੈ ਸੈਣ ਨਾਈ ਦੀ, ਉਹ ਵੀ ਤੇ ਬੈਠਾ ਨਾ ਸਾਧੂਆਂ ਦੀ ਸੰਗਤ ਵਿੱਚ, ਪਰ ਉਹਨੇ ਚਿੰਤਾ ਛੱਡ ਦਿੱਤੀ ਹੈ, ਫਿਕਰ ਛੱਡ ਦਿੱਤਾ ਵੀ ਮੈਂ ਰਾਜੇ ਦੀ ਨੌਕਰੀ ਕਰਨੀ, ਜਾ ਕੇ ਚਿੰਤਾ ਨਹੀਂ ਕੀਤੀ ਹੈ। ਤੇ ਫਿਰ ਕੀ ਹੋਇਆ, ਉਹਦੀ ਥਾਂ ਤੇ ਪ੍ਰਮਾਤਮਾ ਆਪ ਨੌਕਰੀ ਕਰਦੇ ਪਏ। ਕਹਿਣ ਲੱਗੇ ਜਦੋਂ ਗੁਰੂ ਦਰਬਾਰ ਵਿੱਚ ਆ ਜਾਂਦਾ ਹੈ, ਇੱਥੇ ਆ ਕੇ ਚਿੰਤਾ ਨੂੰ ਭੁਲਾ ਦਿਆ ਕਰ। ਵੈਸੇ ਤੇ ਅਸੀਂ ਕੰਮਕਾਰ ਕਰਦਿਆਂ ਵੀ ਚਿੰਤਾ ਕਰਦੇ, ਕਿਤੇ ਸਫ਼ਰ ਕਰਦੇ ਹੋਈਏ ਗੱਡੀ ਮੋਟਰ 'ਤੇ ਤਾਂ ਵੀ ਸਾਡਾ ਦਿਮਾਗ ਚਿੰਤਾ ਵਿੱਚ ਹੁੰਦਾ ਹੈ, ਨੌਕਰੀ ਕਰਦਿਆਂ ਹੋਇਆਂ ਵੀ ਸਾਡਾ ਦਿਮਾਗ ਚਿੰਤਾ ਵਿੱਚ ਹੁੰਦਾ ਹੈ, ਪਰ ਜਦੋਂ ਗੁਰੂ ਦਰਬਾਰ ਵਿੱਚ ਆ ਜਾਂਦਾ ਹੈ, ਇੱਥੇ ਆ ਕੇ ਚਿੰਤਾ ਨੂੰ ਛੱਡ ਦਿਆ ਕਰ। ਅਹੰ ਛੋੜਿਓ ਹੈ ਤਿਆਗ, ਇਹ ਜਿਹੜਾ ਅਹੰ ਕਹੀਏ ਹੰਕਾਰ ਹੈ, ਇਹ ਹੰਕਾਰ ਵੀ ਬਿਲਕੁਲ ਵਾਸਤੇ ਛੱਡ ਦੇ, ਮਾਣ ਛੱਡ ਦੇ ਆਪਣੇ ਮਨ ਦੇ ਵਿੱਚ। ਸਾਡੇ ਮਨ ਵਿੱਚ ਕਈ ਤਰ੍ਹਾਂ ਦਾ ਮਾਣ ਹੰਕਾਰ ਹੈ। ਮੈਂ ਬਹੁਤਾ ਪੜ੍ਹਿਆ, ਮੈਂ ਬਹੁਤਾ ਸਿਆਣਾ, ਮੈਂ ਬਹੁਤਾ ਸੋਹਣਾ, ਮੇਰੀ ਕੁੱਲ ਬਹੁਤੀ ਉੱਚੀ, ਮੇਰੇ ਕੋਲ ਬਹੁਤਾ ਧਨ, ਇਹ ਸਾਡੇ ਕੋਲ ਸਾਰੇ ਹੰਕਾਰ ਵਾਲੇ ਬਚਨ ਨੇ। ਮਹਾਰਾਜ ਕਹਿਣ ਲੱਗੇ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਇਸ ਹੰਕਾਰ ਨੂੰ ਤਿਆਗ ਦੇ, ਪਰੇ ਕਰ ਦੇ। ਹੰਕਾਰ ਨਾ ਗੁਰੂ ਦੇ ਕੋਲ ਆ ਕੇ ਕਰਿਆ ਕਰ। ਰਹਾਓ ਜੋ ਦੇਖੋ ਤੋ ਸਗਲ ਮੋਹਿਓ। ਸਤਿਗੁਰੂ ਬਖਸ਼ਿਸ਼ ਕਰਦੇ, ਕਹਿਣ ਲੱਗੇ ਜਦੋਂ ਦੁਨੀਆ ਵੱਲ ਵੇਖੀਦਾ ਨਾ, ਦੁਨੀਆ ਵੱਲ ਵੇਖ ਕੇ ਇਹ ਪਤਾ ਲੱਗਦਾ ਹੈ, ਜੋ ਦੇਖੋ, ਜਦੋਂ ਮੈਂ ਦੁਨੀਆ ਵੱਲ ਵੇਖਦਾ ਹਾਂ, ਸੰਸਾਰ ਵੱਲ ਵੇਖਦਾ ਹਾਂ, ਤਾਂ ਸਗਲ ਮੋਹਿਓ, ਸਾਰੀ ਦੁਨੀਆ ਜਿਹੜੀ ਹੈ ਮੋਹਿਓ, ਸਾਰੀ ਦੁਨੀਆ ਜਿਹੜੀ ਹੈ ਉਹ ਮੋਹ ਦੀ ਮੋਹੀ ਹੋਈ ਹੈ। ਦੁਨੀਆ ਵੱਲ ਵੇਖੋ ਨਾ, ਆਪਣੇ ਦਾਦੇ ਵੱਲ, ਪੜਦਾਦੇ ਵੱਲ, ਪਿਤਾ ਵੱਲ, ਚਾਚੇ ਵੱਲ, ਪਿੰਡ ਦੇ ਕਿਸੇ ਪੰਚ ਸਰਪੰਚ ਵੱਲ, ਨਗਰ ਦੇ ਕਿਸੇ ਹੋਰ ਵਿਅਕਤੀ ਦੇ ਵੱਲ ਵੇਖੋ, ਹਰੇਕ ਬੰਦਾ ਮੋਹ ਦੇ ਵਿੱਚ ਮੋਹਿਆ ਹੀ ਹੋਇਆ, ਹਰੇਕ ਨੂੰ ਮੋਹ ਲੱਗਾ ਹੋਇਆ। ਮੋਹ ਹੈ ਆਪਣੇ ਪੁੱਤਰਾਂ ਧੀਆਂ ਦਾ, ਮੈਂ ਇਹਨਾਂ ਵਾਸਤੇ ਬਣਾ ਲਵਾਂ, ਇਹਨਾਂ ਵਾਸਤੇ ਜੋੜ ਲਵਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦੁਨੀਆ ਵਿੱਚ ਕੌਣ ਇਹੋ ਜਿਹਾ ਹੈ ਜਿਹਨੂੰ ਆਪਣਿਆਂ ਦਾ ਮੋਹ ਨਹੀਂ ਲੱਗਾ। ਹਰੇਕ ਆਪਣੇ ਦਾ ਮੋਹ ਕਰਦਾ ਵੀ ਮੇਰੇ ਦਾ ਹੀ ਸਭ ਕੁਝ ਹੋਵੇ, ਜੋ ਹੋਵੇ, ਦੂਜੇ ਦਾ ਕੁਝ ਨਾ ਹੋਵੇ। ਹਰੇਕ ਵਿਅਕਤੀ ਇਹ ਕਹਿੰਦਾ ਵੀ ਮੇਰਾ ਬੱਚਾ ਸੱਚਾ ਹੈ, ਇਹ ਸਾਫ਼ ਹੈ, ਇਮਾਨਦਾਰ ਹੈ, ਤੇ ਦੂਜਾ ਉਹ ਝੂਠਾ ਹੈ। ਸਾਰੀ ਦੁਨੀਆ ਨੂੰ ਮੋਹ ਨੇ ਗਰਸਿਆ ਹੋਇਆ, ਮੋਹ ਦੇ ਵਿੱਚ ਪਿਆ ਹੋਇਆ ਵਿਅਕਤੀ ਕਹਿਣ ਲੱਗਾ ਵੀ ਮੇਰੇ ਵਰਗਾ ਕੋਈ ਨਹੀਂ ਹੈ, ਮੈਂ ਹੀ ਸਭ ਤੋਂ ਚੰਗਾ। ਇਸ ਮੋਹ ਨੇ ਦੁਨੀਆ ਨੂੰ ਮੋਹ ਲਿਆ ਹੈ। ਜੋ ਦੇਖੋ ਤੋ ਸਗਲ ਮੋਹਿਓ, ਇਹ ਸਾਰੀ ਦੁਨੀਆ ਮੋਹ ਦੇ ਵਿੱਚ ਮੋਹੀ ਹੋਈ ਹੈ, ਕੋਈ ਨਹੀਂ ਮੋਹ ਤੋਂ ਬਚਿਆ।
ਸਾਰੇ ਮੋਹ ਵਿੱਚ ਫਸੇ ਹੋਏ ਹਨ। ਤੋ ਸਰਨ ਭਰਿਓ ਗੁਰ ਭਾਗ। ਫਿਰ ਮੈਂ ਵੱਡਿਆਂ ਭਾਗਾਂ ਕਰਕੇ ਗੁਰੂ ਦੀ ਸ਼ਰਨ ਵਿੱਚ ਪਿਆ। ਇਹ ਸਾਡੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜੋ ਅਸੀਂ ਗੁਰੂ ਦੇ ਸਿੱਖ ਬਣੇ ਆ। ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਜੋ ਅਸੀਂ ਗੁਰੂ ਦਰਬਾਰ ਵਿੱਚ ਆ ਕੇ ਬੈਠੇ ਹਾਂ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜੋ ਅਸੀਂ ਕਥਾ ਤੇ ਕੀਰਤਨ ਸੁਣਦੇ ਪਏ। ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ, ਸਾਰੀ ਦੁਨੀਆ ਤੇ ਗੁਰਮੁਖੋ ਮੋਹ ਦੇ ਨਾਲ ਮੋਹੀ ਹੋਈ ਹੈ, ਪਰ ਜੇ ਮੈਂ ਬਚਿਆ ਹਾਂ ਉਹਦਾ ਕਾਰਨ ਇਹ ਹੈ ਕਿ ਮੇਰੇ ਭਾਗ ਚੰਗੇ ਨੇ, ਮੈਂ ਗੁਰੂ ਦੀ ਸ਼ਰਨ ਵਿੱਚ ਆ ਗਿਆ। ਜੋ ਮੈਂ ਗੁਰੂ ਦੇ ਚਰਨਾਂ ਤੇ ਆ ਕੇ ਟਹਿ ਪਿਆ, ਗੁਰੂ ਨੇ ਮੈਨੂੰ ਮੋਹ ਤੋਂ ਬਚਾ ਲਿਆ ਹੈ। ਫਿਰ ਬਖਸ਼ਿਸ਼ ਕਰਦੇ ਹਨ। ਜੋ ਦੇਖੋ ਤੋ ਸਗਲ ਮੋਹਿ ਮੋਹਿਓ, ਤੋ ਸਰਨ ਭਰਿਓ ਗੁਰ ਭਾਗ। ਭਾਗ ਦਾ ਦੂਜਾ ਅਰਥ ਵਿਦਵਾਨ ਕਰਦੇ ਨੇ, ਭਾਗ ਤੋਂ ਭਾਵ ਭੱਜਣਾ, ਦੌੜਨਾ। ਜਦੋਂ ਵੇਖਿਆ ਨਾ, ਵਿਦਵਾਨਾਂ ਨੇ ਇੱਕ ਬੜੀ ਸੋਹਣੀ ਉਦਾਹਰਨ ਦਿੱਤੀ ਹੈ। ਕਹਿਣ ਲੱਗੇ ਜੇ ਜੰਗਲ ਨੂੰ ਅੱਗ ਲੱਗ ਜਾਵੇ ਨਾ, ਤੇ ਜੰਗਲ ਦੇ ਵਿੱਚ ਰਹਿਣ ਵਾਲੇ ਜੀਵ ਜੰਤੂ ਜਿਹੜੇ ਨੇ, ਉਹਨਾਂ ਵਿੱਚੋਂ ਇੱਕ ਹਿਰਨ ਹੈ ਜਿਹੜਾ ਬੜਾ ਤੇਜ਼ ਦੌੜਦਾ ਹੈ। ਹਿਰਨ ਨੇ ਵੇਖਿਆ ਵੀ ਜੰਗਲ ਨੂੰ ਅੱਗ ਲੱਗ ਗਈ ਹੈ, ਮੈਂ ਜੇ ਇੱਥੇ ਰੁਕਿਆ ਤੇ ਸੜ ਜਾਵਾਂਗਾ। ਹਿਰਨ ਕੀ ਕਰਦਾ ਹੈ, ਛਾਲਾਂ ਮਾਰ ਮਾਰ ਕੇ ਦੌੜਦਾ ਹੋਇਆ ਜਿੱਥੇ ਕਿਤੇ ਪਾਣੀ ਦਾ ਤਲਾਬ ਹੈ ਨਾ, ਉਹਦੇ ਵਿੱਚ ਆ ਕੇ ਛਾਲ ਮਾਰ ਦਿੰਦਾ। ਭਾਵੇਂ ਕਿ ਜੰਗਲ ਨੂੰ ਅੱਗ ਲੱਗੀ ਹੋਈ ਹੈ, ਪਰ ਪਾਣੀ ਦਾ ਤਲਾਬ ਹਿਰਨ ਨੂੰ ਸੜਨ ਨਹੀਂ ਦੇਵੇਗਾ। ਉਹਦੀ ਪਿਆਸ ਵੀ ਬੁਝਾਵੇਗਾ, ਉਹਨੂੰ ਸੇਕ ਤੋਂ ਵੀ ਬਚਾ ਲਵੇਗਾ। ਸਤਿਗੁਰੂ ਬਖਸ਼ਿਸ਼ ਕਰਦੇ, ਕਹਿਣ ਲੱਗੇ ਗੁਰਮੁਖਾ, ਇਸੇ ਤਰ੍ਹਾਂ ਇਹ ਜਿਹੜਾ ਸੰਸਾਰ ਹੈ ਨਾ, ਇਹਨੂੰ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ। ਕਾਮ, ਕ੍ਰੋਧ, ਮੋਹ, ਲੋਭ ਤੇ ਹੰਕਾਰ, ਇਹ ਸੰਸਾਰ ਨੂੰ ਅੱਗ ਲੱਗੀ ਹੋਈ ਹੈ। ਤੇ ਗੁਰੂ ਦਾ ਸਿੱਖ ਹਿਰਨ ਵਰਗਾ ਹੈ। ਜਦੋਂ ਵੇਖਿਆ ਵੀ ਦੁਨੀਆ ਨੂੰ ਵਿਕਾਰਾਂ ਦੀ ਅੱਗ ਲੱਗੀ ਹੈ, ਛਾਲ ਮਾਰ ਕੇ ਝਾਟੀ ਗੁਰੂ ਦਰਬਾਰ ਵਿੱਚ ਆ ਗਿਆ, ਗੁਰੂ ਦੀ ਸ਼ਰਨ ਵਿੱਚ ਆ ਗਿਆ। ਜਿਵੇਂ ਹਿਰਨ ਪਾਣੀ ਦੇ ਤਲਾਬ ਵਿੱਚ ਚਲਾ ਜਾਵੇ ਤੇ ਅੱਗ ਦੇ ਸੇਕ ਤੋਂ ਸੜਨ ਤੋਂ ਬਚ ਜਾਂਦਾ ਹੈ, ਗੁਰੂ ਕਾ ਸਿੱਖ ਗੁਰੂ ਦੀ ਸੰਗਤ ਵਿੱਚ ਆ ਜਾਵੇ, ਗੁਰੂ ਦੀ ਕਹਿਣੀ ਵਿੱਚ, ਗੁਰੂ ਦੀ ਮਰਿਆਦਾ ਵਿੱਚ ਆ ਜਾਵੇ, ਤੇ ਸੰਸਾਰ ਦੇ ਵਿਕਾਰ ਇਹਨੂੰ ਵੀ ਸਾੜ ਨਹੀਂ ਸਕਦੇ। ਗੁਰੂ ਕਿਰਪਾ ਕਰਕੇ ਬਚਾ ਲੈਂਦੇ ਨੇ। ਪਰ ਇਹ ਦਾਤ ਮਿਲੇਗੀ ਜਦੋਂ ਭੱਜ ਕੇ, ਦੌੜ ਕੇ ਗੁਰੂ ਦੀ ਸ਼ਰਨ ਵਿੱਚ ਆ ਜਾਵਾਂਗੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਤੋ ਸਰਨ ਪਰਿਓ ਗੁਰ ਭਾਗ। ਜਿਸ ਵੇਲੇ ਭਾਗ ਭੱਜ ਕੇ, ਦੌੜ ਕੇ ਗੁਰੂ ਦੀ ਸ਼ਰਨ ਵਿੱਚ ਆ ਗਏ, ਉਸ ਵੇਲੇ ਸਤਿਗੁਰਾਂ ਨੇ ਬਚਾ ਲਏ ਹਨ। ਕਰ ਕਿਰਪਾ ਟਹਿਲ ਹਰ ਲਾਇਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਸ ਵੇਲੇ ਗੁਰੂ ਨੇ ਆਪਣੀ ਸੇਵਾ ਵਿੱਚ ਲਾ ਲਿਆ। ਕਈ ਵਾਰੀ ਅਸੀਂ ਸੇਵਾ ਕਰਦੇ ਹਾਂ ਨਾ, ਸੰਗਤ ਦੀ, ਪ੍ਰਸ਼ਾਦਾ ਬਣਾਉਣ ਦੀ, ਵਰਤਾਉਣ ਦੀ, ਬਰਤਨ ਮਾਂਜਣ ਦੀ, ਝਾੜੂ ਫੇਰਨ ਦੀ। ਗੁਰੂ ਦੇ ਦਰਬਾਰ ਦੇ ਵਿੱਚ ਝਾੜੂ ਲਾਉਣ ਦੀ ਸੇਵਾ ਕਰਦੇ ਹਾਂ, ਚਾਦਰਾਂ ਝਾੜਨ ਦੀ ਕਰਦੇ ਹਾਂ, ਤੇ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਮੈਂ ਸੇਵਾ ਕੀਤੀ ਹੈ ਜਾਂ ਮੈਂ ਆਹ ਸੇਵਾ ਕਰਦਾ ਪਿਆ। ਸਤਿਗੁਰੂ ਕੀ ਕਹਿੰਦੇ, ਸਤਿਗੁਰੂ ਕਹਿਣ ਲੱਗੇ, ਕਰ ਕਿਰਪਾ ਟਹਿਲ ਹਰ ਲਾਇਓ। ਸੇਵਾ ਮੈਂ ਨਹੀਂ ਕੀਤੀ ਹੈ, ਮੇਰੇ ਕੋਲੋਂ ਸੇਵਾ ਕਰਵਾਈ ਗਈ ਹੈ। ਇਹ ਗੁਰੂ ਨੇ ਕਿਰਪਾ ਕੀਤੀ ਹੈ, ਜਿਨ੍ਹਾਂ ਨੇ ਮੇਰੇ ਸਿਰ ਤੇ ਮਿਹਰ ਦਾ ਹੱਥ ਰੱਖਿਆ, ਜਿਨ੍ਹਾਂ ਨੇ ਮੈਨੂੰ ਇਹ ਮੱਤ ਦਿੱਤੀ ਹੈ ਵੀ ਆ ਭਾਈ ਤੂੰ ਸੇਵਾ ਕਰ, ਤੇ ਤਾਂ ਮੈਂ ਸੇਵਾ ਕੀਤੀ ਹੈ। ਗੁਰਮੁਖੋ, ਇਹ ਬੜਾ ਵੱਡਾ ਬਚਨ ਹੈ। ਅਸੀਂ ਸੇਵਾ ਜ਼ਰੂਰ ਕਰਦੇ ਹਾਂ, ਪਰ ਕਰਕੇ ਇਹੋ ਗੱਲ ਹੀ ਕਹਿੰਦੇ ਕਿ ਸੇਵਾ ਮੈਂ ਕੀਤੀ ਹੈ। ਮਹਾਰਾਜ ਕਹਿਣ ਲੱਗੇ, ਨਹੀਂ, ਸੇਵਾ ਤੇਰੇ ਕੋਲੋਂ ਕਰਵਾਈ ਗਈ ਹੈ ਤੇ ਤਾਂ ਤੂੰ ਕੀਤੀ ਹੈ। ਜੇ ਗੁਰੂ ਤੇਰੇ ਤੇ ਕਿਰਪਾ ਹੀ ਨਾ ਕਰੇ, ਤੈਨੂੰ ਉਦਮ ਹੀ ਨਾ ਦੇਵੇ, ਤੇਰੇ ਸਰੀਰ ਨੂੰ ਹਿੰਮਤ ਹੀ ਨਾ ਦੇਵੇ, ਤੇ ਸੇਵਾ ਕਿਵੇਂ ਕਰ ਲਵੇਂਗਾ। ਸੇਵਾ ਵੀ ਤਾਂ ਹੁੰਦੀ ਹੈ ਜੇ ਗੁਰੂ ਕਿਰਪਾ ਕਰੇ। ਤੇ ਕਰ ਕਿਰਪਾ ਟਹਿਲ ਮੋਹਿ ਲਾਇਓ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਕਿਰਪਾ ਕਰਕੇ ਮੈਨੂੰ ਆਪਣੀ ਸੇਵਾ ਵਿੱਚ ਆਪ ਲਾਇਆ ਹੈ, ਤਾਂ ਮੈਂ ਸੇਵਾ ਵਿੱਚ ਲੱਗਿਆ ਹਾਂ। ਜੇ ਮੇਰੇ ਤੇ ਕਿਰਪਾ ਨਾ ਕਰਦੇ, ਮੈਂ ਸੇਵਾ ਕਿਵੇਂ ਕਰ ਲੈਂਦਾ। ਐਸੀ ਬੇਨਤੀ ਕਰਿਆ ਕਰ। ਤੋ ਜਮ ਛੋਡੀ ਮੋਰੀ ਲਾਗ। ਜਦੋਂ ਮੈਂ ਸੇਵਾ ਵਿੱਚ ਲੱਗ ਗਿਆ, ਉਦੋਂ ਦਾਤ ਕੀ ਮਿਲੇਗੀ। ਜਿਹੜੇ ਜਮ ਨੇ ਨਾ, ਉਹ ਮੇਰੀ ਲਾਗ ਛੱਡ ਜਾਣਗੇ। ਜਿਹੜੇ ਜਮ ਨੇ, ਅਜਰਾਈਲ, ਮਿਕਾਈਲ, ਜਬਰਾਈਲ, ਜਿਨ੍ਹਾਂ ਦੇ ਨਾਮ ਲਿਖੇ ਗ੍ਰੰਥਾਂ ਦੇ ਵਿੱਚ, ਕਹਿਣ ਲੱਗੇ ਐਸੇ ਜਿਹੜੇ ਜਮਦੂਤ ਨੇ, ਉਹ ਮੇਰੀ ਲਾਗ ਛੱਡ ਜਾਣਗੇ। ਲਾਗ ਤੋਂ ਭਾਵ ਗੁਰਮੁਖੋ ਕਿ ਉਹ ਮੇਰਾ ਪਿੱਛਾ ਛੱਡ ਜਾਣਗੇ, ਮੇਰਾ ਪਿੱਛਾ ਨਹੀਂ ਕਰਨਗੇ। ਜਿਵੇਂ ਆਪਾਂ ਬਚਨ ਪੜ੍ਹਦੇ ਹਨ ਕਿ ਜੇ ਸਿਰ ਰਚ ਰਚ ਬੰਧਤ ਪਾਗ, ਸੋ ਸਿਰ ਚੁੰਚ ਸਵਾਰਹਿ ਕਾਗ।
ਸਿਰ ਦੇ ਉੱਪਰ ਪੱਗ ਬੰਨ੍ਹਦਾ, ਬੜੀ ਸੋਹਣੀ ਸਜਾਉਂਦਾ ਪਿਆ, ਬਨੇਰੇ ਤੇ ਬੈਠਾ ਕਾਂ ਆਪਣੀ ਚੁੰਝ ਸਵਾਰਦਾ ਪਿਆ ਵੀ ਕਿੰਨਾ ਕੁ ਸਮਾਂ ਹੈ, ਅਸਲ ਵਿੱਚ ਤੈਨੂੰ ਮੈਂ ਹੀ ਖਾ ਜਾਣਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਇਸੇ ਤਰ੍ਹਾਂ ਜਨਨੀ ਜਾਣਤ ਸੁਤ ਬੜਾ ਹੋਤ ਹੈ, ਇਤਨਾ ਕੂ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਮੋਰ ਮੋਰ ਕਰ ਅਧਕ ਲਾਡ ਧਰ, ਪੇਖਤ ਹੀ ਜਮ ਰਾਓ ਹਸੈ। ਮਾਂ ਆਖਦੀ ਹੈ ਮੇਰਾ ਪੁੱਤਰ ਵੱਡਾ ਹੋ ਰਿਹਾ। ਮਹਾਰਾਜ ਕਹਿਣ ਲੱਗੇ ਵੱਡਾ ਨਹੀਂ, ਇਹ ਵੱਡਾ ਇਸ ਤਰ੍ਹਾਂ ਹੋ ਰਿਹਾ ਹੈ ਜਿਵੇਂ ਰਾਤ ਨੂੰ ਦੀਵਾ ਜਗਦਾ ਤੇ ਦੀਵੇ ਦੀ ਲੋ ਵੱਡੀ ਹੋ ਜਾਂਦੀ ਹੈ। ਵੱਡੀ ਹੋਣ ਤੋਂ ਭਾਵ ਹੈ ਵੀ ਹੁਣ ਦੀਵਾ ਬੁਝਣ ਵਾਲਾ ਹੈ। ਮਾਂ ਆਖਦੀ ਹੈ ਪੁੱਤ 20 ਸਾਲਾਂ ਦਾ ਹੋ ਗਿਆ, ਵੱਡਾ ਹੋ ਗਿਆ, ਪਰ 20 ਸਾਲ ਮਾਂ ਘਟ ਗਏ ਨੇ। ਮੋਰ ਮੋਰ ਕਰ ਅਧਕ ਲਾਡ ਧਰ, ਇਹ ਪੁੱਤਰ ਮੇਰਾ ਹੈ, ਇਹ ਪੁੱਤਰ ਮੇਰਾ ਹੈ ਕਹਿ ਕੇ ਚੁੰਮਦੀ ਹੈ, ਚੱਟਦੀ ਹੈ, ਗੱਲ ਆਉਂਦੀ ਹੈ, ਬੜੇ ਲਾਡ ਕਰਦੀ ਹੈ। ਪੇਖਤ ਹੀ ਜਮ ਰਾਓ ਹੱਸੈ, ਪਰ ਜਮ ਵੇਖਦਾ ਹੱਸਦਾ ਪਿਆ। ਮਾਂ ਤੇ ਕਮਲੀ ਹੈ, ਆਖਦੀ ਪੁੱਤ ਮੇਰਾ ਹੈ, ਪਰ ਮਾਂ ਨੂੰ ਇਹ ਨਹੀਂ ਪਤਾ ਵੀ ਇਹਨੂੰ ਮੈਂ ਲੈ ਜਾਣਾ ਹੈ। ਐਸੀ ਹਾਲਤ ਹੈ। ਇਹ ਕਬੀਰ ਸਾਹਿਬ ਜੀਆਂ ਨੇ ਬਚਨ ਉਸ ਵੇਲੇ ਬਖਸ਼ਿਸ਼ ਕੀਤਾ। ਇੱਕ ਵੇਲੇ ਕਬੀਰ ਸਾਹਿਬ ਜੀ ਜਾ ਰਹੇ ਕਿਤੇ ਰਸਤੇ ਦੇ ਵਿੱਚ, ਤੇ ਕੋਠੇ ਦੀ ਛੱਤ ਦੇ ਉੱਪਰ ਮਾਂ ਕਿਸੇ ਕੰਮ ਲੱਗੀ ਹੋਈ ਹੈ, ਤੇ ਛੋਟਾ ਜਿਹਾ ਬਾਲਕ ਉਹਦੇ ਕੋਲ ਖੇਡਦਾ ਪਿਆ, ਤੇ ਉਹ ਬਾਲਕ ਇੱਕ ਛੋਟੀ ਜੀ ਗੇਂਦ ਆਪਣੀ ਮਾਂ ਦੇ ਵੱਲ ਸੁੱਟ ਦਿੰਦਾ ਹੈ। ਮਾਂ ਉਸ ਗੇਂਦ ਨੂੰ ਫੜਦੀ ਹੈ ਤੇ ਦੁਬਾਰਾ ਬੱਚੇ ਵੱਲ ਸੁੱਟ ਦਿੰਦੀ, ਨਾਲ ਆਪਣਾ ਕੰਮ ਕਰਦੀ ਪਈ ਹੈ, ਨਾਲ ਉਹਦੇ ਨਾਲ ਲਾਡ ਕਰਦੀ ਹੈ, ਚਾਅ ਕਰਦੀ, ਮੱਥਾ ਚੁੰਮਦੀ ਪਈ ਹੈ, ਮੇਰਾ ਪੁੱਤਰ ਕਹਿ ਕੇ ਸੰਬੋਧਨ ਕਰਦੀ ਹੈ। ਕਬੀਰ ਸਾਹਿਬ ਜੀ ਨੇ ਵੇਖਿਆ ਬੜਾ ਲਾਡ ਹੋ ਰਿਹਾ ਹੈ। ਇਸ ਵਾਰੀ ਜਦੋਂ ਮਾਂ ਨੇ ਗੇਂਦ ਸੁੱਟੀ, ਥੋੜ੍ਹੀ ਜਿਹੀ ਜ਼ੋਰ ਨਾਲ ਸੁੱਟਣ ਕਰਕੇ ਉਹ ਕੋਠੇ ਤੋਂ ਥੱਲੇ ਡਿੱਗ ਪਏ। ਹੁਣ ਬੱਚਾ ਨਿਆਣਾ, ਉਹਨੂੰ ਪਤਾ ਨਹੀਂ, ਵੇਖਿਆ ਗੇਂਦ ਥੱਲੇ ਡਿੱਗੀ ਆ, ਉਹਨੇ ਆਪ ਵੀ ਮਗਰੀ ਛਾਲ ਮਾਰ ਦਿੱਤੀ। ਛਾਲ ਮਾਰਨ ਕਰਕੇ ਉਹ ਬੱਚਾ ਡਿੱਗਿਆ ਤੇ ਵਿਚਾਰਾ ਮਰ ਗਿਆ ਤੇ ਮਾਂ ਰੋਂਦੀ ਪਈ ਹੈ, ਆਪਣੀ ਗੋਦੀ ਵਿੱਚ ਰੱਖ ਕੇ ਆਪਣੇ ਆਪ ਨੂੰ ਬੜੀਆਂ ਦੁਰਕਾਰਾਂ ਪਾਉਂਦੀ ਪਈ ਹੈ। ਇਹ ਮੈਂ ਕੀ ਕਰ ਬੈਠੀ, ਆਪਣਾ ਪੁੱਤਰ ਆਪੇ ਹੀ ਮਾਰ ਲਿਆ ਹੈ। ਇਹਨੇ ਸਮੇਂ ਨੂੰ ਕਬੀਰ ਸਾਹਿਬ ਜੀ ਮੁੜ ਆਏ, ਵੇਖਦੇ ਪਏ ਹੁਣੇ ਥੋੜ੍ਹਾ ਸਮਾਂ ਪਹਿਲਾਂ ਇਹ ਮਾਂ ਲਾਡ ਲਾਉਂਦੀ ਪਈ, ਮੇਰਾ ਪੁੱਤਰ ਆਖਦੀ ਪਈ ਹੈ, ਬੜੀ ਖੁਸ਼ ਹੈ। ਹੁਣ ਪੁੱਤਰ ਮਰਿਆ ਵੇਖ ਕੇ ਰੋਂਦੀ ਪਈ ਹੈ। ਉਹਨਾਂ ਨੇ ਫਿਰ ਇਹ ਬਚਨ ਬਖਸ਼ਿਸ਼ ਕੀਤਾ, ਕਹਿਣ ਲੱਗੇ ਮੋਰ ਮੋਰ ਕਰ ਅਧਕ ਲਾਡ ਧਰ, ਮੇਰਾ ਪੁੱਤਰ ਕਹਿ ਕੇ ਲਾਡ ਕਰਦੀ ਹੈ। ਪੇਖਤ ਹੀ ਜਮ ਰਾਓ ਹੱਸੈ, ਜਮ ਰਾਜਾ ਹੱਸਦਾ ਪਿਆ ਸੀ ਵੀ ਮੈਂ ਤੇ ਇਹਨੂੰ ਹੁਣੇ ਹੀ ਲੈ ਜਾਣਾ। ਇਹ ਮਾਂ ਦਾ ਕਾਹਦਾ ਹਾਸਾ ਹੈ। ਐਸਾ ਸੰਸਾਰ ਤੈ ਭਰਮ ਭੁਲਾਇਆ, ਇਹ ਦੁਨੀਆ ਨੂੰ ਐਸੇ ਭਰਮ ਵਿੱਚ ਪਰਮਾਤਮਾ ਤੂੰ ਪਾਇਆ ਹੋਇਆ ਹੈ। ਮਹਾਰਾਜ ਬਖਸ਼ਿਸ਼ ਕਰਦੇ, ਕਹਿਣ ਲੱਗੇ ਕਿ ਅਸੀਂ ਆਖਦੇ ਜ਼ਰੂਰ ਹਾਂ ਇਹ ਤਨ ਮੇਰਾ, ਇਹ ਘਰ ਮੇਰਾ, ਇਹ ਪਰਿਵਾਰ ਮੇਰਾ, ਪਰ ਅਸਲ ਵਿੱਚ ਜਦੋਂ ਅਸੀਂ ਇਹ ਗੱਲਾਂ ਕਰਦੇ ਹਾਂ ਉਸ ਮਾਂ ਦੇ ਵਾਂਗ ਜਮ ਸਾਡੇ ਵੱਲ ਵੇਖ ਕੇ ਵੀ ਹੱਸਦਾ ਪਿਆ ਵੀ ਇਹ ਸਾਰੇ ਭੋਜਨ ਤੇ ਮੇਰਾ ਹੀ ਨੇ, ਪਰ ਇਹਨਾਂ ਨੇ ਬੜੀ ਮੈਂ ਕੀਤੀ ਹੋਈ ਹੈ। ਪਰ ਜਦੋਂ ਗੁਰਮੁਖੋ ਗੁਰੂ ਦੀ ਸ਼ਰਨ ਵਿੱਚ ਆ ਗਏ ਨਾ, ਤੇ ਸਤਿਗੁਰਾਂ ਨੇ ਫਿਰ ਇਹੋ ਜਿਹੀ ਕਿਰਪਾ ਕਰ ਦਿੱਤੀ, ਨਾਲ ਨਰਾਇਣ ਮੇਰਾ ਜਮ ਦੂਤ ਨਾ ਆਵੇ ਨੇਰੇ। ਗੁਰੂ ਦੀ ਸ਼ਰਨ ਵਿੱਚ ਆ ਗਏ, ਗੁਰੂ ਨੇ ਜਮਾਂ ਨੂੰ ਡੰਡਾ ਲੈ ਕੇ ਪਰੇ ਭਜਾ ਦਿੱਤਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੋ ਜਮ ਛੋਡੀ ਮੂਰੀ ਲਾਗ, ਫਿਰ ਜਮਾਂ ਨੇ ਮੇਰਾ ਪਿੱਛਾ ਹੀ ਕਰਨਾ ਛੱਡ ਦਿੱਤਾ। ਇਹ ਤੇ ਗੁਰੂ ਵਾਲਾ ਬਣ ਗਿਆ, ਇਹ ਤੇ ਬਾਣੀ ਪੜ੍ਹਨ ਵਾਲਾ, ਨਾਮ ਜਪਣ ਵਾਲਾ ਬਣ ਗਿਆ। ਜਮ ਛੱਡ ਕੇ ਫਿਰ ਦੌੜ ਜਾਂਦੇ, ਭੱਜ ਜਾਂਦੇ ਹਨ। ਤਰਿਓ ਸਾਗਰ ਭਾਵ ਕੋ, ਜੋ ਸੰਤ ਭੇਟੇ ਵੱਡ ਭਾਗ। ਸਤਿਗੁਰੂ ਬਖਸ਼ਿਸ਼ ਕਰਦੇ, ਵੱਡਿਆਂ ਭਾਗਾਂ ਨਾਲ ਸੰਤਾਂ ਦੀ ਸੰਗਤ ਮਿਲਦੀ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਕਿ ਵੱਡਿਆਂ ਭਾਗਾਂ ਦੇ ਨਾਲ ਗੁਰੂ ਦੀ ਸੰਗਤ ਮਿਲਦੀ ਹੈ। ਗੁਰੂ ਦੀ ਸੰਗਤ ਐਵੇਂ ਨਹੀਂ ਪ੍ਰਾਪਤ ਹੁੰਦੀ, ਵੱਡੇ ਭਾਗ ਹੋਏ ਨੇ ਤਾਂ ਗੁਰੂ ਦੀ ਸ਼ਰਨ ਵਿੱਚ ਆ ਕੇ ਬੈਠੇ ਆ। ਜਿਸ ਵੇਲੇ ਗੁਰੂ ਦੀ ਸ਼ਰਨ ਵਿੱਚ ਆ ਕੇ ਬੈਠੇ, ਸਤਿਗੁਰਾਂ ਨੇ ਸਾਨੂੰ ਵੱਡੇ ਭਾਗ ਬਖਸ਼ਿਸ਼ ਕੀਤੇ। ਤੇ ਮਹਾਰਾਜ ਬਖਸ਼ਿਸ਼ ਕਰਦੇ ਕਹਿਣ ਲੱਗੇ ਤਰਿਓ ਸਾਗਰ ਪਾਵਕ ਕੋ, ਇਹ ਜਿਹੜਾ ਸੰਸਾਰ ਸਮੁੰਦਰ ਹੈ ਨਾ, ਜਿਸ ਨੂੰ ਅੱਗ ਦਾ ਸਮੁੰਦਰ ਲਿਖਿਆ ਸ਼ਾਸਤਰਾਂ ਦੇ ਵਿੱਚ, ਇਸ ਸੰਸਾਰ ਨੂੰ ਅੱਗ ਦਾ ਸਮੁੰਦਰ ਲਿਖਿਆ। ਸਮੁੰਦਰ ਤੇ ਗੁਰਮੁਖੋ ਪਾਣੀ ਦਾ ਹੋਵੇ ਤੇ ਉਹ ਨਹੀਂ ਤਰਿਆ ਜਾਂਦਾ। ਕੋਈ ਨਹਿਰ ਟੱਪ ਜਾਵੇ, ਨਹਿਰ ਤਰ ਜਾਵੇ, ਦਰਿਆ ਤਰ ਜਾਵੇ ਤੇ ਵੱਖਰੀ ਗੱਲ ਹੈ, ਪਰ ਜੇ ਕੋਈ ਬੰਦਾ ਕਵੇ ਕਿ ਮੈਂ ਸਮੁੰਦਰ ਤਰ ਕੇ ਪਾਰ ਕਰਾਂਗਾ, ਪਾਣੀ ਦਾ ਸਮੁੰਦਰ ਪਾਰ ਨਹੀਂ ਹੁੰਦਾ। ਪਰ ਜੇ ਉਸ ਪਾਣੀ ਵਿੱਚ ਅੱਗ ਲੱਗ ਜਾਵੇ,
ਪਾਣੀ ਨੂੰ ਅੱਗ ਲੱਗੀ ਹੈ, ਫਿਰ ਸਮੁੰਦਰ ਪਾਰ ਕਰਨਾ ਪਵੇ ਤੇ ਹੋ ਹੀ ਨਹੀਂ ਸਕਦਾ। ਮਹਾਰਾਜ ਕਹਿਣ ਲੱਗੇ ਇਹ ਜਿਹੜਾ ਸੰਸਾਰ ਹੈ ਨਾ ਗੁਰਮੁਖੋ, ਇਹ ਅੱਗ ਦਾ ਸਮੁੰਦਰ ਹੈ, ਇਹਨੂੰ ਤਰਨਾ ਬੜਾ ਔਖਾ, ਤਰਿਆ ਨਹੀਂ ਜਾਏਗਾ। ਪਰ ਜਿਸ ਵੇਲੇ ਸਤਿਗੁਰੂ ਕਿਰਪਾ ਕਰ ਦੇਣਗੇ, ਕਿਸੇ ਸਾਧੂ ਦਾ ਪੱਲਾ ਫੜ ਲਵਾਂਗੇ, ਫਿਰ ਸੰਸਾਰ ਤਰਨਾ ਕਿਵੇਂ ਹੈ? ਜਿਵੇਂ ਕੋਈ ਹਵਾਈ ਜਹਾਜ਼ ਤੇ ਚੜ੍ਹ ਕੇ ਇੱਕ ਦੇਸ਼ ਤੋਂ ਦੂਜੇ ਦੇਸ਼ ਕਈ ਸਮੁੰਦਰੋਂ ਪਾਰ ਕਰ ਦਿੰਦਾ ਹੈ। ਸਾਧੂ ਦਾ ਪੱਲਾ ਵੀ ਇਸੇ ਤਰ੍ਹਾਂ ਦਾ ਹੀ ਹੈ, ਜਿਹੜਾ ਕੋਈ ਪਕੜ ਲੈਂਦਾ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਜਨ ਨਾਨਕ ਸਰਬ ਸੁਖ ਪਾਏ, ਮੋਰੋ ਹਰ ਚਰਨੀ ਚਿਤ ਲਾਗ। ਸਤਿਗੁਰੂ ਬਖਸ਼ਿਸ਼ ਕਰਦੇ, ਕਹਿਣ ਲੱਗੇ ਜਦੋਂ ਮੇਰਾ ਚਿੱਤ ਗੁਰੂ ਦੇ ਚਰਨਾਂ ਨਾਲ ਲੱਗਿਆ, ਅਸੀਂ ਤਨ ਕਰਕੇ ਤੇ ਗੁਰੂ ਨਾਲ ਲੱਗ ਜਾਂਦੇ ਹਾਂ, ਤਨ ਕਰਕੇ ਤੇ ਸੰਗਤ ਵਿੱਚ ਬੈਠ ਗਏ ਹਾਂ, ਸਰੀਰ ਕਰਕੇ ਅਸੀਂ ਪਾਠ ਵੀ ਕਰ ਲਵਾਂਗੇ, ਕਥਾ ਵੀ ਸੁਣ ਲਵਾਂਗੇ, ਕੀਰਤਨ ਵੀ ਸੁਣ ਲਵਾਂਗੇ, ਪਰ ਮਨ ਕਰਕੇ ਉਹ ਕਿਸੇ ਕਿਸੇ ਦਾ ਟਿਕਦਾ ਹੈ। ਇੱਥੇ ਮਹਾਰਾਜ ਜੀਆਂ ਨੇ ਮਨ ਦੀ ਗੱਲ ਕੀਤੀ ਹੈ, ਕਹਿਣ ਲੱਗੇ ਮੋਰੋ ਹਰ ਚਰਨੀ ਚਿੱਤ ਲਾਗ। ਜਦੋਂ ਮੇਰਾ ਚਿੱਤ ਗੁਰੂ ਦੇ ਚਰਨਾਂ ਨਾਲ ਲੱਗ ਗਿਆ ਨਾ, ਤੇ ਉਸ ਵੇਲੇ ਕੀ ਹੋਵੇਗਾ? ਜਾਂ ਨਾਨਕ ਸਰਬ ਸੁਖ ਪਾਏ, ਫਿਰ ਸਾਰੇ ਸੁਖ ਪ੍ਰਾਪਤ ਹੋ ਜਾਣਗੇ, ਪਰ ਹੋਣਗੇ ਉਸ ਵੇਲੇ ਜਦੋਂ ਗੁਰੂ ਦੇ ਚਰਨਾਂ ਨਾਲ ਚਿੱਤ ਜੋੜਾਂਗੇ। ਇਹ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦੇ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਵਿਚਾਰ ਕਰਦੇ ਹਾਂ, ਭੁੱਲ ਚੁੱਕ ਦੀ ਮੁਆਫੀ। ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸ ਜਾਵੇ, ਤਾਂ ਕਿ ਸਾਡਾ ਭਲਾ ਹੋ ਜਾਵੇ। ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲੋ। ਤਰਿਓ ਸਾਗਰ ਪਾਵਕੋ, ਜੋ ਸੰਤ ਭੇਟੇ ਵੱਡ ਭਾਗ। ਜਨ ਨਾਨਕ ਸਰਬ ਸੁਖ ਪਾਏ, ਮੋਰੋ ਹਰ ਚਰਨੀ ਚਿਤ ਲਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ